ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ 30 ਜਨਵਰੀ ਦਿਨ ਸੋਮਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਵੀ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲੇਟਿਨ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦਾ ਵਧਾ ਕਰਨਾ ਚਾਹੁੰਦੇ ਹੋ, ਤਾਂ ਕਾਲ ਕਰੋ 4082722500 ਦੇ ਉੱਤੇ ਜਾਂ 4087227698 ਦੇ ਉੱਤੇ। ਆ ਹੁਣ ਖਬਰਾਂ ਦਾ ਬੁਲੇਟਿਨ ਸ਼ੁਰੂ ਕਰਾਂਗੇ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਾਲ ਬਿਜ਼ਨਸ ਦੇ ਹੱਕ ਦੇ ਵਿੱਚ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਰੈਗੂਲੇਸ਼ਨਾਂ ਨਾ ਵਧਾਉਣ ਦੀ ਗੱਲ ਆਖੀ। ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ ਐਗਜ਼ੀਕਿਊਟਿਵ ਆਰਡਰ ਨੂੰ ਲੈ ਕੇ ਹੜਕੰਪ ਸੈਨੇਟਰ ਜੌਨ ਮਕੇਨ ਅਤੇ ਲਿੰਡਸੀ ਗ੍ਰੈਹਮ ਨੇ ਇਸ ਨੂੰ ਮਾੜਾ ਆਖਿਆ। ਇਮੀਗ੍ਰੇਸ਼ਨ ਆਰਡਰ ਨਾ ਲਾਗੂ ਕਰਨ ਦੇ ਉੱਤੇ ਐਕਟਿੰਗ ਅਟਾਰਨੀ ਜਨਰਲ ਨੂੰ ਡੋਨਾਲਡ ਟਰੰਪ ਨੇ ਬਰਖਾਸਤ ਕੀਤਾ। ਸੈਨੇਟਰ ਮਾਰਕੋ ਰੂਬੀਓ ਦਾ ਦਾਅਵਾ, ਸਟੇਟ ਡਿਪਾਰਟਮੈਂਟ ਨਹੀਂ ਦੇ ਰਿਹਾ ਜਾਣਕਾਰੀ ਇਮੀਗ੍ਰੇਸ਼ਨ ਆਰਡਰ ਦੇ ਬਾਰੇ। ਡੈਮੋਕ੍ਰੇਟ ਸੈਨੇਟਰ ਜੈਫ ਮਰਕਲੀ ਨੇ ਆਖਿਆ ਉਹ ਡੋਨਾਲਡ ਟਰੰਪ ਦੇ ਸੁਪਰੀਮ ਕੋਰਟ ਨੋਮੀਨੀ ਨੂੰ ਫਿਲਬਸਟਰ ਕਰਕੇ ਰੋਕਣਗੇ। ਕਿਊਬੈਕ ਮਸਜਿਦ ਹਮਲੇ ਦੇ ਵਿੱਚ ਪੁਲਿਸ ਦੁਆਰਾ ਦੋਸ਼ੀ ਗ੍ਰਿਫਤਾਰ, ਦੋਸ਼ੀ ਦੇ ਉੱਤੇ ਫਸਟ ਡਿਗਰੀ ਮਰਡਰ ਦੋਸ਼ ਘੜੇ ਗਏ। ਤੇ ਹੁਣ ਖਬਰਾਂ ਦਾ ਵਿਸਤਾਰ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ। ਇਹ ਐਗਜ਼ੀਕਿਊਟਿਵ ਆਰਡਰ ਉਹਨਾਂ ਨੇ ਆਪਣੇ ਓਵਲ ਆਫਿਸ ਦੇ ਵਿੱਚੋਂ ਸਾਈਨ ਕੀਤਾ। ਇਸ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਸਮਾਲ ਬਿਜ਼ਨਸ ਨੂੰ ਗਰੋ ਕਰਨ ਦੇ ਲਈ ਜ਼ਿਆਦਾ ਸੁਵਿਧਾ ਪ੍ਰਦਾਨ ਹੋ ਸਕਦੀ ਆ। ਇਸ ਐਗਜ਼ੀਕਿਊਟਿਵ ਦੇ ਤਹਿਤ ਜੇ ਕੋਈ ਨਵੀਂ ਫੈਡਰਲ ਰੈਗੂਲੇਸ਼ਨ ਲਾਗੂ ਕਰਨੀ ਚਾਹੁੰਦੇ ਆ ਸਮਾਲ ਬਿਜ਼ਨਸਿਸ ਦੇ ਉੱਤੇ, ਉਹ ਲਾਗੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਚੱਲ ਰਹੀਆਂ 2 ਰੈਗੂਲੇਸ਼ਨਸ ਆ ਉਹਨਾਂ ਨੂੰ ਹਟਾਉਣਾ ਪਵੇਗਾ, ਤਾਂ ਹੀ ਨਵੀਂ ਰੈਗੂਲੇਸ਼ਨ ਆ ਉਸ ਨੂੰ ਸਾਈਨ ਕੀਤਾ ਜਾ ਸਕਦਾ ਆ। ਸਮਾਲ ਬਿਜ਼ਨਸ ਓਨਰਸ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਈਟ ਹਾਊਸ ਦੇ ਵਿੱਚ ਮਿਲੇ ਅਤੇ ਇੱਥੇ ਹੀ ਉਹਨਾਂ ਦੇ ਸਾਹਮਣੇ ਐਗਜ਼ੀਕਿਊਟਿਵ ਆਰਡਰ ਨੂੰ ਰਾਸ਼ਟਰਪਤੀ ਨੇ ਸਾਈਨ ਕੀਤਾ। ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ, ਅਸੀਂ ਸਮਾਲ ਬਿਜ਼ਨਸ ਦੇ ਲਈ ਰੈਗੂਲੇਸ਼ਨ ਆ ਉਹਨਾਂ ਨੂੰ ਲਗਾਤਾਰ ਘਟਾ ਰਹੇ ਹਾਂ ਤੇ ਲਾਰਜ ਬਿਜ਼ਨਸ ਦੇ ਲਈ ਵੀ ਘਟਾਵਾਂਗੇ, ਪਰ ਅੱਜ ਦੇ ਐਗਜ਼ੀਕਿਊਟਿਵ ਦਾ ਮਕਸਦ ਸਿਰਫ ਸਮਾਲ ਬਿਜ਼ਨਸ ਦੇ ਨਾਲ ਹੀ ਹੈ। ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਗਿਆ ਵੀ 2017 ਸਾਲ ਦੇ ਵਿੱਚ ਰੈਗੂਲੇਸ਼ਨਸ ਦਾ ਨੰਬਰ 0 ਤੋਂ ਨਹੀਂ ਵੱਧ ਸਕਦਾ, ਯਾਨੀ ਕਿ ਜਿੰਨੀਆਂ ਹੈਗੀਆਂ ਉਸ ਤੋਂ ਘੱਟ ਸਕਦੀਆਂ ਨੇ, ਪਰ ਉਸ ਤੋਂ ਇਨਕਰੀਜ਼ ਜਿਹੜਾ ਆ ਉਹ ਨਹੀਂ ਕੀਤਾ ਜਾ ਸਕਦਾ। ਇਸ ਐਗਜ਼ੀਕਿਊਟਿਵ ਆਰਡਰ ਦੀ ਸ਼ਲਾਘਾ ਹਾਊਸ ਸਪੀਕਰ ਪੌਲ ਰਾਇਨ ਉਹਨਾਂ ਨੇ ਵੀ ਕੀਤੀ। ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇਹ ਫੈਡਰਲ ਰੈਗੂਲੇਸ਼ਨ ਸਮਾਲ ਬਿਜ਼ਨਸ ਉਹਨਾਂ ਨੂੰ ਜਕੜ ਲੈਂਦੀਆਂ ਆ ਤੇ ਵਧਣ ਫੁੱਲਣ ਤੋਂ ਰੋਕਦੀਆਂ ਨੇ, ਤੇ ਜਿਸ ਕਰਕੇ ਇਕਨੋਮੀ ਦੇ ਉੱਤੇ ਮਾੜਾ ਅਸਰ ਪੈਂਦਾ ਆ। ਤੇ ਰਾਸ਼ਟਰਪਤੀ ਟਰੰਪ ਦੇ ਇਸ ਐਗਜ਼ੀਕਿਊਟਿਵ ਦੇ ਆਰਡਰ ਕਰਕੇ ਸਮਾਲ ਬਿਜ਼ਨਸ ਆ ਉਹ ਪ੍ਰਫੁੱਲਤ ਹੋਣਗੇ ਅਤੇ ਇਕਨੋਮੀ ਦੇ ਵਿੱਚ ਵੀ ਵਾਧਾ ਹੋਵੇਗਾ। ਬਤੌਰ ਬਿਜ਼ਨਸਮੈਨ ਡੋਨਾਲਡ ਟਰੰਪ ਜਾਣਦੇ ਨੇ ਵੀ ਇਹ ਰੈਗੂਲੇਸ਼ਨਸ ਬਹੁਤ ਸਾਰੇ ਬਿਜ਼ਨਸ ਨੂੰ ਕਈ ਤਰੀਕੇ ਨਾਲ ਚੈੱਕ ਵਿੱਚ ਰੱਖਦੀਆਂ ਹਨ ਅਤੇ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਤੋਂ ਰੋਕ ਵੀ ਲਾਉਂਦੀਆਂ ਨੇ। ਇਸੇ ਕਰਕੇ ਹੀ ਆਪਣੇ ਕੈਂਪੇਨ ਵਾਅਦੇ ਅਨੁਸਾਰ ਉਹਨਾਂ ਨੇ ਇਹ ਵਾਅਦਾ ਐਗਜ਼ੀਕਿਊਟਿਵ ਐਕਸ਼ਨ ਦੇ ਜ਼ਰੀਏ ਪੂਰਾ ਕੀਤਾ ਵੀ ਰੈਗੂਲੇਸ਼ਨਸ ਦੇ ਉੱਤੇ ਹੁਣ ਰੋਕ ਲਾਈ ਜਾਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਿਫਿਊਜੀ ਇਮੀਗ੍ਰੇਸ਼ਨ ਬੈਨ ਸੁਰਖੀਆਂ ਦਾ ਵਿਸ਼ਾ ਬਣਿਆ ਰਿਹਾ। ਮੁਲਕ ਭਰ ਦੇ ਵਿੱਚ ਵੱਖ-ਵੱਖ ਏਅਰਪੋਰਟਸ ਦੇ ਉੱਤੇ ਬੀਤੇ ਵੀਕਐਂਡ ਦੇ ਉੱਤੇ ਭਾਰੀ ਮਾਤਰਾ ਵਿੱਚ ਲੋਕਾਂ ਨੇ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇੱਥੋਂ ਤੱਕ ਕਈ ਵਕੀਲਾਂ ਨੇ ਇਸ ਨੂੰ ਅਸੰਵਿਧਾਨਿਕ ਕਿਹਾ ਅਤੇ ਕਈ ਅਦਾਲਤਾਂ ਦੇ ਵਿੱਚ ਇਸ ਦੇ ਖਿਲਾਫ ਕੇਸ ਵੀ ਕੀਤੇ, ਪਰ ਮਾਹਰਾਂ ਦੇ ਮੁਤਾਬਕ ਇਹ ਐਗਜ਼ੀਕਿਊਟਿਵ ਆਰਡਰ ਅਨਕਨਸਟੀਟਿਊਸ਼ਨਲ ਨਹੀਂ ਆ, ਗੈਰ ਸੰਵਿਧਾਨਿਕ ਨਹੀਂ ਆ ਤੇ ਉਹਨਾਂ ਦੇ
ਇਹ ਕੇਸ ਖਾਰਜ ਹੋ ਸਕਦੇ ਨੇ। ਰਿਪਬਲਿਕਨ ਪਾਰਟੀ ਦੇ ਵੱਲੋਂ ਲਿੰਡਸੀ ਗ੍ਰਾਹਮ ਅਤੇ ਜੌਨ ਮਕੇਨ ਉਹਨਾਂ ਨੇ ਵੀ ਇਸ ਇਮੀਗ੍ਰੇਸ਼ਨ ਐਗਜ਼ੀਕਿਊਟਿਵ ਆਰਡਰ ਦਾ ਖੰਡਨ ਕੀਤਾ ਆ। ਇਸ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਆਪਣੇ ਨਿੱਜੀ ਟਵਿੱਟਰ ਅਕਾਊਂਟ ਤੋਂ ਇਹਨਾਂ ਦੋਨਾਂ ਦੇ ਦੁਆਰਾ ਜੁਆਇੰਟ ਸਟੇਟਮੈਂਟ ਦੇ ਉੱਤੇ ਟਿੱਪਣੀ ਕਰਦੇ ਹੋਏ ਆਖਿਆ ਵੀ ਜੌਨ ਮਕੇਨ ਅਤੇ ਲਿੰਡਸੀ ਗ੍ਰਾਹਮ ਦੋਨੋਂ ਹੀ ਗਲਤ ਨੇ ਤੇ ਦੋਨੋਂ ਹੀ ਇਮੀਗ੍ਰੇਸ਼ਨ ਦੇ ਉੱਤੇ ਵੀਕ ਸਟੈਂਡ ਰੱਖਦੇ ਨੇ ਤੇ ਨਾਲ ਹੀ ਉਹਨਾਂ ਨੇ ਇਹਨਾਂ ਦੋਨਾਂ ਸੈਨੇਟਰਸ ਨੂੰ ਆਖਿਆ ਵੀ ਉਹ ਆਈਸਿਸ ਇਲੀਗਲ ਇਮੀਗ੍ਰੇਸ਼ਨ ਅਤੇ ਬਾਰਡਰ ਸਿਕਿਉਰਿਟੀ ਦੇ ਉੱਤੇ ਜ਼ਿਆਦਾ ਨਜ਼ਰ ਰੱਖਣ, ਕਿਤੇ ਇਹ ਨਾ ਹੋਵੇ ਵੀ ਵਰਲਡ ਵਾਰ 3 ਹੀ ਸਟਾਰਟ ਹੋ ਜਾਵੇ। ਜ਼ਿਕਰਯੋਗ ਹੈ ਵੀ ਇਹ ਦੋਨੋਂ ਹੀ ਰਿਪਬਲਿਕਨਜ਼ ਸ਼ੁਰੂ ਤੋਂ ਹੀ ਡੋਨਲਡ ਟਰੰਪ ਉਹਨਾਂ ਦੇ ਕਈ ਪਾਲਿਸੀਜ਼ ਦੇ ਉੱਤੇ ਵਿਰੋਧ ਦੇ ਵਿੱਚ ਖੜਦੇ ਰਹੇ ਨੇ। ਹੁਣੇ ਇੱਕ ਹੋਰ ਰਿਪੋਰਟ ਸਾਹਮਣੇ ਆ ਰਹੀ ਆ, ਇਹਨਾਂ ਦੋਨਾਂ GOP ਦੇ ਸੈਨੇਟਰਸ ਤੋਂ ਇਲਾਵਾ 13 ਹੋਰ ਜਾਣੇ ਅਤੇ ਕੁੱਲ 15 ਰਿਪਬਲਿਕਨ ਸੈਨੇਟਰਸ ਅਤੇ ਹਾਊਸ ਰਿਪਰੈਜ਼ੈਂਟੇਟਿਵ ਡੋਨਲਡ ਟਰੰਪ ਦੇ ਇਸ ਬੈਨ ਦੇ ਖਿਲਾਫ ਬੋਲ ਰਹੇ ਨੇ। ਇਸ ਪੂਰੇ ਇਮੀਗ੍ਰੇਸ਼ਨ ਦੇ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਚਾਰੇ ਪਾਸੇ ਹੜਕੰਪ ਮਚਿਆ ਹੋਇਆ ਆ। ਉਧਰ ਐਕਟਿੰਗ ਅਟਾਰਨੀ ਜਨਰਲ ਸੈਲੀ ਯੇਟਸ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਜਸਟਿਸ ਡਿਪਾਰਟਮੈਂਟ ਦਾ ਸਟਾਫ ਰੈਫਿਊਜੀ ਆਰਡਰ ਨੂੰ ਡਿਫੈਂਡ ਕਰਨ ਦੇ ਵਿੱਚ ਅਸਮਰਥ ਰਹੇਗਾ ਅਤੇ ਇਸੇ ਚੀਜ਼ ਨੂੰ ਦੇਖਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਐਕਟਿੰਗ ਅਟਾਰਨੀ ਜਨਰਲ ਸੈਲੀ ਯੇਟਸ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਵਾਈਟ ਹਾਊਸ ਸਪੋਕਸਮੈਨ ਸ਼ੀਨ ਸਪਾਈਸਰ ਉਹਨਾਂ ਨੇ ਆਖਿਆ ਵੀ ਯੇਟਸ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਅਹੁਦੇ ਦਾ ਨਿਰਾਦਰ ਕੀਤਾ ਆ ਤੇ ਸਰਕਾਰ ਦੇ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਆ ਉਹਨਾਂ ਦੀ ਪੂਰਨ ਤੌਰ ਦੇ ਉੱਤੇ ਪਾਲਣਾ ਨਹੀਂ ਕੀਤੀ ਅਤੇ ਉਹਨਾਂ ਦਾ ਇਹ ਅਹੁਦਾ ਆਖਦਾ ਆ ਜਿਹੜਾ ਵੀ ਜਸਟਿਸ ਨੂੰ ਲੈ ਕੇ ਰੂਲ ਬਣਾਇਆ ਜਾਂਦਾ ਹੈ ਤੇ ਉਹਨਾਂ ਨੂੰ ਅਨਫੋਰਸ ਕਰਨਾ ਹੀ ਪਵੇਗਾ। ਇਸੇ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਫਾਇਰ ਕੀਤਾ ਗਿਆ ਆ। ਸੈਲੀ ਯੇਟਸ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਲਾਏ ਗਏ ਸੀ। ਹੁਣ ਉਹਨਾਂ ਨੂੰ ਕੱਢਣ ਤੋਂ ਬਾਅਦ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੀ US ਅਟਾਰਨੀ ਡਾਨਾ ਬਿਓਂਟੇ ਉਹਨਾਂ ਨੂੰ ਐਕਟਿੰਗ ਅਟਾਰਨੀ ਜਨਰਲ ਦੇ ਵਜੋਂ ਕਾਰਜਕਾਰ ਦਿੱਤਾ ਗਿਆ ਆ। ਜ਼ਿਕਰਯੋਗ ਹੈ ਜੈਫ ਸੈਸ਼ਨਜ਼ ਅਟਾਰਨੀ ਜਨਰਲ ਦੇ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਸਟ ਚੁਆਇਸ ਸੀ ਅਤੇ ਉਹਨਾਂ ਦੀ ਆਲਰੇਡੀ ਕਮੇਟੀ ਦੇ ਸਾਹਮਣੇ ਹੀਅਰਿੰਗ ਹੋ ਚੁੱਕੀ ਆ ਤੇ ਸੈਨੇਟ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ VOTING ਹੋਣੀ ਬਾਕੀ ਆ। ਉਧਰ ਸੈਨੇਟਰ ਮਾਰਕੋ ਰੂਬੀਓ ਜੋ ਕਿ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਦੇ ਲਈ ਖੜੇ ਸੀਗੇ ਰਿਪਬਲਿਕਨ ਪਾਰਟੀ ਦੇ ਵੱਲੋਂ, ਉਹਨਾਂ ਨੇ ਅੱਜ ਸਟੇਟ ਡਿਪਾਰਟਮੈਂਟ ਨੂੰ ਸਵਾਲ ਪੁੱਛੇ ਵੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਕੀ ਚੱਲ ਰਿਹਾ ਆ, ਤਾਂ ਸਟੇਟ ਡਿਪਾਰਟਮੈਂਟ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ। ਇਸ ਦੇ ਉੱਤੇ ਮਾਰਕੋ ਰੂਬੀਓ ਨੇ ਚਿੰਤਾ ਜ਼ਾਹਰ ਕੀਤੀ ਆ ਵੀ ਸਟੇਟ ਡਿਪਾਰਟਮੈਂਟ ਆਪਣੇ ਸੈਨੇਟਰਸ ਕਾਂਗਰਸ ਦੇ ਨਾਲ ਇਸ ਤਰੀਕੇ ਦਾ ਵਰਤਾਰਾ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਲਗਾਤਾਰ ਸਾਡੇ ਹਲਕੇ ਦੇ ਵਿੱਚੋਂ ਕਾਲਸ ਆ ਰਹੀਆਂ ਆ, ਪੁੱਛਿਆ ਜਾ ਰਿਹਾ ਆ ਵੀ ਇਮੀਗ੍ਰੇਸ਼ਨ ਆਰਡਰ ਦੇ ਵਿੱਚ ਕੀ ਹੋ ਰਿਹਾ ਆ ਤੇ ਅਸੀਂ ਅਜੇ ਜਵਾਬ ਦੇਣ ਤੋਂ ਅਸਮਰਥ ਹਾਂ ਕਿਉਂਕਿ ਸਟੇਟ ਡਿਪਾਰਟਮੈਂਟ ਕਿਸੇ ਵੀ ਤਰੀਕੇ ਦੀ ਸਾਨੂੰ ਜਾਣਕਾਰੀ ਦੇਣ ਤੋਂ ਮਨਾ ਕਰ ਰਿਹਾ ਆ। ਬਹੁਤ ਸਾਰੇ ਲੋਕ ਇਸ ਐਗਜ਼ੀਕਿਊਟਿਵ ਆਰਡਰ ਨੂੰ ਲੈ ਕੇ ਤਰ੍ਹਾਂ ਦੇ ਵਿਚਾਰ ਰੱਖਦੇ ਨੇ, ਜਿੱਥੇ ਇੱਕ ਧੜਾ ਇਹ ਕਹਿੰਦਾ ਆ ਵੀ ਇਹ ਇਮੀਗ੍ਰੇਸ਼ਨ ਬੈਨ ਬਹੁਤ ਜ਼ਰੂਰੀ ਸੀ, ਜਦਕਿ ਦੂਜਿਆਂ ਦਾ ਇਹ ਮੰਨਣਾ ਆ ਵੀ ਇਹ ਬਿਲਕੁਲ ਨੈਤਿਕਤਾ ਦੇ ਖਿਲਾਫ ਆ, ਇਨਸਾਨੀਅਤ ਦੇ ਖਿਲਾਫ ਆ। ਉਧਰ ਕਈ ਮਾਹਰਾਂ ਦਾ ਮੰਨਣਾ ਆ ਵੀ ਜੇਕਰ ਇਸ ਦੇ ਬਾਰੇ ਪਹਿਲੋਂ ਤਕਰੀਬਨ 1 ਹਫ਼ਤੇ ਦੀ ਇਤਲਾਹ ਦਿੱਤੀ ਗਈ ਹੁੰਦੀ ਤਾਂ ਹੋਮਲੈਂਡ ਸਿਕਿਉਰਿਟੀ, ਇਮੀਗ੍ਰੇਸ਼ਨ ਆਫਿਸ, ਡਿਪਾਰਟਮੈਂਟ ਆਫ ਜਸਟਿਸ ਇਹਨਾਂ ਸਾਰਿਆਂ ਨੂੰ ਸਮਾਂ ਮਿਲ ਜਾਣਾ ਸੀ ਇਸ ਦੇ ਬਾਰੇ ਘੋਖ ਕਰਨ ਦਾ ਤੇ ਜੇ ਕੁਝ ਸੁਧਾਰ ਕਰਨਾ ਸੀ ਤਾਂ ਹੋ ਸਕਦਾ। ਅਚਾਨਕ ਇੱਕਦਮ ਲਾਏ ਗਏ ਇਸ ਇਮੀਗ੍ਰੇਸ਼ਨ ਐਗਜ਼ੀਕਿਊਟਿਵ ਆਰਡਰ ਨੂੰ ਲੈ ਕੇ ਚਾਰੇ ਪਾਸੇ ਭੰਬਲ ਭੂਸਾ ਬਣਿਆ ਹੋਇਆ ਆ। ਕਈ ਗ੍ਰੀਨ ਕਾਰਡ ਹੋਲਡਰ, ਲੀਗਲ ਪਰਮਾਨੈਂਟ ਰੈਜ਼ੀਡੈਂਟ, ਉਹਨਾਂ ਨੂੰ ਕਈ ਘੰਟਿਆਂ ਤੱਕ 에ਅਰਪੋਰਟ ਦੇ ਉੱਤੇ ਬੈਠਣਾ ਪਿਆ ਆ ਅਤੇ ਫਿਰ ਅੱਗੇ ਜਾਣ ਦੀ ਇਜਾਜ਼ਤ ਮਿਲੀ ਆ। ਇਸ ਦੇ ਉੱਤੇ ਵਾਈਟ ਹਾਊਸ ਸਪੋਕਸਪਰਸਨ ਸ਼ੌਨ ਸਪਾਈਸਰ ਉਹਨਾਂ ਨੇ ਦਾਅਵਾ ਕੀਤਾ ਹੈ ਤਕਰੀਬਨ 3 ਲੱਖ ਤੋਂ ਵੱਧ ਲੋਕਾਂ ਦਾ ਪਲਾਇਨ ਹੋਇਆ ਆ ਇਹਨਾਂ ਦਿਨਾਂ ਦੇ ਵਿੱਚ ਅਤੇ ਸਿਰਫ 300 ਹੀ ਲੋਕਾਂ ਨੂੰ ਵਧੇਰੇ ਜਾਣਕਾਰੀ ਦੇ ਲਈ ਬਿਠਾਇਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜਾਣ ਦਿੱਤਾ ਗਿਆ ਆ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਵੀ ਬਹੁਤ ਸਾਰੀ ਪ੍ਰੈਸ ਆਪੋ ਆਪਣੇ ਨਤੀਜਿਆਂ ਦੇ ਉੱਤੇ ਬੜੀ ਜਲਦ ਪਹੁੰਚਣਾ ਚਾਹੁੰਦੇ ਨੇ, ਪਰ ਉਹਨਾਂ ਨੇ ਨਾਲ ਹੀ ਬੇਨਤੀ ਕੀਤੀ ਵੀ ਪਹਿਲਾਂ ਇਹ ਸਾਰੇ ਤੱਥ ਜਾਣਨ ਤੋਂ ਬਾਅਦ ਦੇ ਵਿੱਚ ਹੀ ਇਦਾਂ ਦੀ ਰਿਪੋਰਟਿੰਗ ਕੀਤੀ ਜਾਵੇ। ਸੈਨੇਟ ਡੈਮੋਕ੍ਰੇਟਸ ਨੇ ਆਖਿਆ ਵੀ ਡੋਨਲਡ ਟਰੰਪ ਦੇ ਸੁਪਰੀਮ ਕੋਰਟ ਨੋਮੀਨੀ ਉਹਨਾਂ ਨੂੰ ਉਹ ਫਿਲਬਸਟਰ ਕਰਕੇ ਰੋਕਣਗੇ। ਸੈਨੇਟਰ ਜੈਫ ਮਾਰਕਲੀ
ਓਰੇਗਨ ਤੋਂ ਡੈਮੋਕ੍ਰੇਟ ਸੈਨੇਟਰ ਨੇ। ਉਹਨਾਂ ਨੇ ਅੱਜ ਇੰਟਰਵਿਊ ਦੇ ਵਿੱਚ ਇਹ ਦਾਅਵਾ ਕੀਤਾ ਵੀ ਉਹ ਫਿਲਬਸਟਰ ਕਰਨਗੇ ਜੇ ਡੋਨਲਡ ਟਰੰਪ ਨੇ ਮੈਰਿਕ ਗਾਰਲੈਂਡ ਉਹਨਾਂ ਨੂੰ ਬਤੌਰ ਸੁਪਰੀਮ ਕੋਰਟ ਦੇ ਜੱਜ ਵਜੋਂ ਨਾ ਚੁਣਿਆ। ਜਿਹੜਾ ਵੀ ਜੱਜ ਡੋਨਲਡ ਟਰੰਪ ਦੇ ਦੁਆਰਾ ਚੁਣਿਆ ਜਾਵੇਗਾ ਉਸ ਨੂੰ ਸੈਨੇਟ ਦੇ ਵਿੱਚੋਂ ਕਨਫਰਮ ਹੋਣ ਲਈ ਘੱਟੋ-ਘੱਟ 60 ਵੋਟਾਂ ਦੀ ਜ਼ਰੂਰਤ ਹੋਵੇਗੀ। ਇਸ ਮੌਕੇ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਜ਼ਰੂਰ ਹੈਗੀ ਆ ਸੈਨੇਟ ਵਿੱਚ, ਪਰ 60 ਸੈਨੇਟਰਸ ਉਹਨਾਂ ਦੇ ਨਾਲ ਨਹੀਂ ਹਨ। ਜ਼ਿਆਦਾਤਰ ਹਮੇਸ਼ਾ ਇਦਾਂ ਹੀ ਦੇਖਿਆ ਜਾਂਦਾ ਆ, ਸਿੰਪਲ ਮੈਜੋਰਟੀ ਲੈ ਕੇ ਵੀ ਨੋਮੀਨੀ ਆ ਉਹਨਾਂ ਨੂੰ ਕਨਫਰਮ ਕਰ ਦਿੱਤਾ ਜਾਂਦਾ ਆ। ਇਸ ਦੇ ਉੱਤੇ ਜੈਫ ਮਾਰਕਲੀ ਉਹਨਾਂ ਨੇ ਆਖਿਆ ਆ ਵੀ ਮੈਂ ਡੈਫੀਨੇਟਲੀ ਸਿੰਪਲ ਮੈਜੋਰਟੀ ਦੇ ਉੱਤੇ ਆਬਜੈਕਟ ਕਰੂੰਗਾ, ਤੇ ਜੇ ਆਬਜੈਕਸ਼ਨ ਹੁੰਦਾ ਆ ਫਿਲਬਸਟਰ ਉਹ ਕਰਦੇ ਨੇ ਤਾਂ ਉਹਨਾਂ ਨੂੰ ਕਨਫਰਮ ਕਰਨ ਦੇ ਲਈ ਘੱਟੋ-ਘੱਟ ਸੁਪਰ ਮੈਜੋਰਟੀ 60 ਸੈਨੇਟਰਸ ਦੀ ਜ਼ਰੂਰਤ ਹੋਵੇਗੀ। ਫਿਲਬਸਟਰ ਹਮੇਸ਼ਾ ਹੀ ਇੱਕ ਸਾਧਨ ਰਿਹਾ ਆ ਕਿਸੇ ਪਾਰਟੀ ਵੱਲੋਂ ਦੂਜੇ ਪਾਰਟੀ ਦੇ ਲੈਜਿਸਲੇਟਿਵ ਨੂੰ ਕਿਸੇ ਬਿੱਲ ਨੂੰ ਜਾਂ ਇਦਾਂ ਕਨਫਰਮੇਸ਼ਨ ਨੂੰ ਰੋਕਣ ਦੇ ਲਈ। ਪਰ ਗੱਲ ਇਹ ਦੇਖਣ ਵਾਲੀ ਹੋਵੇਗੀ ਕਿ ਓਰੇਗਨ ਦੇ ਸੈਨੇਟਰ ਜੈਫ ਮਾਰਕਲੀ ਉਹ ਇਕੱਲੇ ਹੁੰਦੇ ਨੇ ਜਾਂ ਬਾਕੀ ਡੈਮੋਕ੍ਰੇਟਸ ਵੀ ਉਹਨਾਂ ਦਾ ਇਸ ਦੇ ਵਿੱਚ ਸਾਥ ਦਿੰਦੇ ਨੇ। ਸੁਪਰੀਮ ਕੋਰਟ ਦੇ ਨੋਮੀਨੀ ਦੀ ਕਨਫਰਮੇਸ਼ਨ ਦੇ ਲਈ ਅਜੇ ਤੱਕ ਕਿਸੇ ਨੇ ਵੀ ਫਿਲਬਸਟਰ ਦਾ ਸਹਾਰਾ ਨਹੀਂ ਲਿਆ ਆ, ਤੇ ਜੇ ਇਦਾਂ ਹੁੰਦਾ ਆ ਤੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਵੇਗਾ। ਜਦ ਰਾਸ਼ਟਰਪਤੀ ਓਬਾਮਾ ਉਹਨਾਂ ਦੇ ਕਾਰਜਕਾਲ ਦਾ 1 ਸਾਲ ਤੋਂ ਵੱਧ ਸਮਾਂ ਬਾਕੀ ਸੀ ਤਾਂ ਚੀਫ ਜਸਟਿਸ ਐਂਟੋਨੀਓ ਸਕਾਲੀਆ ਉਹਨਾਂ ਦੀ ਮੌਤ ਹੋ ਗਈ ਸੀ ਅਤੇ ਸੁਪਰੀਮ ਕੋਰਟ ਦੇ ਬੈਂਚ ਦੀ ਇੱਕ ਸੀਟ ਖਾਲੀ ਸੀ। ਉਹਨਾਂ ਨੇ ਉਸ ਨੂੰ ਭਰਨ ਦੇ ਲਈ ਜਸਟਿਸ ਮੈਰਿਕ ਗਾਰਲੈਂਡ ਦਾ ਨਾਮ ਸੁਝਾਇਆ ਸੀ, ਪਰ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਉਹਨਾਂ ਨੇ ਕਿਸੇ ਵੀ ਤਰੀਕੇ ਦੀ ਕਨਫਰਮੇਸ਼ਨ ਹੀਅਰਿੰਗ ਦੇਣ ਤੋਂ ਉਹਨਾਂ ਨੂੰ ਸਾਫ਼ ਮਨਾ ਕਰ ਦਿੱਤਾ ਸੀ ਤੇ ਆਖਿਆ ਸੀ ਜਿਹੜਾ ਵੀ ਨਵਾਂ ਅਮਰੀਕਾ ਦਾ ਰਾਸ਼ਟਰਪਤੀ ਬਣੇਗਾ ਉਹੀ ਨਵੇਂ ਸੁਪਰੀਮ ਕੋਰਟ ਦੇ ਜੱਜ ਨੂੰ ਨਿਯੁਕਤ ਕਰਨਗੇ। ਜੇ ਡੈਮੋਕ੍ਰੇਟ ਪਾਰਟੀ ਡੋਨਲਡ ਟਰੰਪ ਦੇ ਸੁਪਰੀਮ ਕੋਰਟ ਜੱਜ ਦੀ ਇਸ ਕਨਫਰਮੇਸ਼ਨ ਵਿੱਚ ਅੜਚਨ ਅੜਾਉਣਗੇ ਤਾਂ ਇਹ ਆਉਣ ਵਾਲੇ ਸਮੇਂ ਦੇ ਲਈ ਕਾਫੀ ਭਿਆਨਕ ਰੂਪ ਧਾਰ ਸਕਦੀ ਆ, ਕਿਉਂਕਿ ਬਹੁਤ ਸਾਰੇ ਬਿੱਲ ਦੋਨਾਂ ਪਾਰਟੀਆਂ ਦੇ ਸਮਝੌਤੇ ਦੇ ਨਾਲ ਹੋਣੇ ਹੁੰਦੇ ਆ ਤੇ ਬਾਅਦ ਦੇ ਵਿੱਚ ਕਿਸੇ ਵੀ ਤਰੀਕੇ ਦਾ ਕਿਸੇ ਬਿੱਲ ਦੇ ਉੱਤੇ ਸਮਝੌਤਾ ਨਹੀਂ ਦੇਖਿਆ ਜਾਵੇਗਾ। ਤੇ ਨਾਲ ਹੀ ਇਹ ਵੀ ਖਬਰਾਂ ਆ ਰਹੀਆਂ ਨੇ ਵੀ ਡੋਨਲਡ ਟਰੰਪ ਨੇ ਮਿਚ ਮੈਕੋਨਲ ਨੂੰ ਆਖਿਆ ਆ ਵੀ ਜੇ ਉਹ ਉਹਨਾਂ ਦੇ ਸੁਪਰੀਮ ਕੋਰਟ ਦੇ ਜੱਜ ਦੇ ਪਿਕ ਨੂੰ ਰੋਕਦੇ ਨੇ ਤਾਂ ਉਹ ਡੈਮੋਕ੍ਰੇਟ ਜਾਂ ਲਿਬਰਲ ਸੈਨੇਟਰਸ ਆ ਉਹਨਾਂ ਦਾ ਕੋਈ ਵੀ ਕੰਮ ਨਾ ਹੋਣ ਦੇਣ। ਕੈਨੇਡਾ ਦੇ ਪ੍ਰੋਵਿੰਸ ਕਿਊਬੈਕ ਦੇ ਇੱਕ ਮਸਜਿਦ ਦੇ ਵਿੱਚ ਬੀਤੇ ਦਿਨੀ ਇੱਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਵਿੱਚ 5 ਜਾਣਿਆਂ ਦੀ ਮੌਤ ਹੋ ਗਈ ਆ, 6 ਜਾਣਿਆਂ ਦੀ ਮੌਤ ਹੋ ਗਈ ਆ ਤੇ 5 ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ। ਇਸ ਹਮਲੇ ਦਾ ਕਥਿਤ ਦੋਸ਼ੀ ਅਲੈਗਜ਼ੈਂਡਰ ਬਿਸੋਨੇਟ ਦੱਸਿਆ ਜਾਂਦਾ ਹੈ, ਜੋ ਕਿ ਉੱਥੋਂ ਦੇ ਯੂਨੀਵਰਸਿਟੀ ਲੈਵਲ ਦਾ ਵਿਦਿਆਰਥੀ ਆ। ਕਿਊਬੈਕ ਸਿਟੀ ਦੀ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਸੋਮਵਾਰ ਨੂੰ ਇੱਕ ਨਿਊਜ਼ ਪ੍ਰੈਸ ਕਾਨਫਰੰਸ ਦੇ ਜ਼ਰੀਏ ਹੀ ਹਮਲਾਵਰ ਦਾ ਨਾਮ ਜਾਰੀ ਕੀਤਾ ਸੀ ਅਤੇ ਇਹ ਦੱਸਿਆ ਹੈ ਵੀ ਉਸ ਦੇ ਉੱਤੇ ਫਸਟ ਡਿਗਰੀ ਮਰਡਰ ਚਾਰਜ ਅਤੇ ਅਟੈਂਪਟਡ ਮਰਡਰ ਦੇ ਦੋਸ਼ ਘੜੇ ਨੇ। ਇਸ ਤੋਂ ਪਹਿਲਾਂ ਇਸ ਗੋਲੀਬਾਰੀ ਦੇ ਵਿੱਚ ਇੱਕ ਹੋਰ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਮੁਹੰਮਦ ਬਲ ਕਦੀਰ 29 ਸਾਲਾਂ ਦਾ, ਜੋ ਕਿ ਇੰਜੀਨੀਅਰਿੰਗ ਦਾ ਇੱਕ ਸਟੂਡੈਂਟ ਆ, ਪਰ ਬਾਅਦ ਦੇ ਵਿੱਚ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ। ਮੁਹੰਮਦ ਬਲ ਕਦੀਰ ਨੇ ਹੀ ਸਭ ਤੋਂ ਪਹਿਲਾਂ 911 ਕਾਲ ਕੀਤੀ ਸੀ। ਗੋਲੀਬਾਰੀ ਹੋਣ ਤੋਂ ਬਾਅਦ ਚ ਪੁਲਿਸ ਨੇ ਇਸੇ ਭੁਲੇਖੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਸੀ ਵੀ ਉਸ ਨੇ ਇਸ ਹਮਲਾਵਰ ਦਾ ਸਾਥ ਦਿੱਤਾ ਆ। ਪੁਲਿਸ ਨੇ ਜਾਣਕਾਰੀ ਦਿੱਤੀ ਆ ਵੀ ਹਮਲਾਵਰ ਉਸ ਨੇ ਪੁਲਿਸ ਨੂੰ ਆਪ ਕਾਲ ਕਰਕੇ ਆਤਮ ਸਮਰਪਣ ਕੀਤਾ ਸੀ ਅਤੇ ਉਸ ਨੇ ਖੁਦ ਦੱਸਿਆ ਵੀ ਉਸ ਨੇ ਕਿਸ ਤਰੀਕੇ ਦੇ ਨਾਲ ਉੱਥੇ ਮਸਜਿਦ ਦੇ ਵਿੱਚ ਗੋਲੀਬਾਰੀ ਕੀਤੀ ਆ। ਮਰਨ ਵਾਲਿਆਂ ਦੇ ਵਿੱਚ ਸਾਰੇ ਮਰਦ ਸੀ ਅਤੇ ਉਹਨਾਂ ਦੀ ਉਮਰ 39 ਤੋਂ 60 ਸਾਲ ਦੇ ਦਰਮਿਆਨ ਦੱਸੀ ਜਾਂਦੀ ਆ। ਇਸ ਹਮਲੇ ਨੂੰ ਲੈ ਕੇ ਪੂਰੇ ਵਿਸ਼ਵ ਭਰ ਦੇ ਵਿੱਚ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਆ ਅਤੇ ਇਹ ਵੀ ਰਿਪੋਰਟ ਆ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਆ। ਇਸ ਹਿੰਸਕ ਵਾਰਦਾਤ ਤੋਂ ਬਾਅਦ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਸਹਿਮ ਦਾ ਮਾਹੌਲ ਦੇਖਿਆ ਗਿਆ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ 69 ਡਿਗਰੀ ਹਾਈ 45 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 59 ਡਿਗਰੀ ਹਾਈ 48 ਡਿਗਰੀ ਲੋ,
ਸੈਕਰਾਮੈਂਟੋ 'ਚ 61 ਡਿਗਰੀ ਹਾਈ 41 ਡਿਗਰੀ ਲੋ, ਯੂਬਾ ਸਿਟੀ ਵਿੱਚ 61 ਡਿਗਰੀ ਹਾਈ 40 ਡਿਗਰੀ ਲੋ, ਸਟਾਕਟਨ ਵਿੱਚ 61 ਡਿਗਰੀ ਹਾਈ 42 ਡਿਗਰੀ ਲੋ, ਟ੍ਰੇਸੀ ਵਿੱਚ 62 ਡਿਗਰੀ ਹਾਈ 41 ਡਿਗਰੀ ਲੋ, ਮੋਡੈਸਟੋ ਵਿੱਚ 63 ਡਿਗਰੀ ਹਾਈ 43 ਡਿਗਰੀ ਲੋ, ਫ੍ਰੈਸਨੋ ਵਿੱਚ 67 ਡਿਗਰੀ ਹਾਈ 43 ਡਿਗਰੀ ਲੋ, ਬੇਕਰਸਫੀਲਡ ਵਿੱਚ 70 ਡਿਗਰੀ ਹਾਈ 46 ਡਿਗਰੀ ਲੋ, ਲਾਸ ਐਂਜਲਸ 'ਚ 75 ਡਿਗਰੀ ਹਾਈ 49 ਡਿਗਰੀ ਲੋ, ਟਰਕੀ ਵਿੱਚ 46 ਡਿਗਰੀ ਹਾਈ 27 ਡਿਗਰੀ ਲੋ, ਸਾਊਥ ਲੇਕ ਟਾਹੋ 'ਚ 50 ਡਿਗਰੀ ਹਾਈ 26 ਡਿਗਰੀ ਲੋ, ਪੋਰਟਲੈਂਡ ਓਰੇਗਨ 47 ਡਿਗਰੀ ਹਾਈ 33 ਡਿਗਰੀ ਲੋ, ਸਿਆਟਲ ਵਿੱਚ 43 ਡਿਗਰੀ ਹਾਈ 28 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 50 ਡਿਗਰੀ ਹਾਈ 26 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 'ਚ 41 ਡਿਗਰੀ ਹਾਈ 32 ਡਿਗਰੀ ਲੋ, ਸ਼ਿਕਾਗੋ ਇਲੀਨਾਇਸ ਦੇ ਵਿੱਚ 37 ਡਿਗਰੀ ਹਾਈ 30 ਡਿਗਰੀ ਲੋ, ਨਿਊਯਾਰਕ ਵਿੱਚ 37 ਡਿਗਰੀ ਹਾਈ 34 ਡਿਗਰੀ ਲੋ, ਮੀਂਹ ਪਵੇਗਾ। ਟੋਰਾਂਟੋ ਕੈਨੇਡਾ 'ਚ 0 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ -4 ਡਿਗਰੀ ਸੈਲਸੀਅਸ ਹਾਈ -21 ਡਿਗਰੀ ਸੈਲਸੀਅਸ ਲੋ, ਬਰਫ਼ਬਾਰੀ ਹੋਵੇਗੀ। ਕੈਲਗਰੀ ਵਿੱਚ -4 ਡਿਗਰੀ ਸੈਲਸੀਅਸ ਹਾਈ -12 ਡਿਗਰੀ ਸੈਲਸੀਅਸ ਲੋ, ਵੈਨਕੂਵਰ ਕੈਨੇਡਾ 'ਚ 5 ਡਿਗਰੀ ਸੈਲਸੀਅਸ ਹਾਈ -6 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 22 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 22 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ, ਲੰਡਨ UK 'ਚ 10 ਡਿਗਰੀ ਸੈਲਸੀਅਸ ਹਾਈ 9 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 3 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਸੁਰਤੋ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸੋਮਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 113 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 19,971 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 47 ਪੁਆਇੰਟ ਡਿੱਗੇ, 5,613 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 12 ਪੁਆਇੰਟਾਂ ਦਾ ਘਾਟਾ ਹੋਇਆ, 2,281 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 150 ਪੁਆਇੰਟ ਡਿੱਗੇ, 23,858 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਇੱਕ US ਡਾਲਰ ਦੀ ਕੀਮਤ 67 ਰੁਪਏ 82 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 75 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 84 ਰੁਪਏ 82 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 53 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 31 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 49 ਰੁਪਏ 42 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 76 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 179 ਰੁਪਏ 88 ਪੈਸੇ, ਕੁਵੈਤੀ ਦਿਨਾਰ ਦੀ ਕੀਮਤ 222 ਰੁਪਏ 28 ਪੈਸੇ, ਇੱਕ US ਡਾਲਰ ਦੀ ਕੀਮਤ $1.31 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,197.79 ਪ੍ਰਤੀ ਆਉਂਸ, ਚਾਂਦੀ ਦਾ ਭਾਅ $17.16 ਪ੍ਰਤੀ ਆਉਂਸ ਰਿਹਾ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਿਓ, ਹੱਸਦੇ ਖੇਲਦੇ ਰਿਓ ਤੇ ਸੁਣਦੇ ਰਿਓ ਪੰਜਾਬੀ ਰੇਡੀਓ USA।